किताब तूफाना दा शाह असवार शहीद करतार सिंह सराभा। लेखक सरदार अजमेर सिंह। भाग 30वां। आवाज़ भाई गुरजंट सिंह रूपवाली। वेला आ गया गदर मचावणे दा, विश्वासघात ते निराशा। अंतम ਤਿਆਰੀਆਂ। पुलिस दा मुखबर पार्टी विच घुस गया ਅਤੇ बगावत दी तरीक मिथी गई। वाहिगुरू जी का खालसा, वाहिगुरू जी की फतेह। ਰਾਸ ਬਿਹਾਰੀ ਬੋਸ ਜਨਵਰੀ ਦੇ ਤੀਜੇ ਹਫ਼ਤੇ ਬਨਾਰਸ ਤੋਂ ਰਾਤ ਦੀ ਗੱਡੀ ਫੜ ਕੇ ਅੰਮ੍ਰਿਤਸਰ ਪਹੁੰਚ ਗਿਆ ਸੀ। ਉਸ ਦੇ ਆਉਣ ਤੱਕ ਗਦਰ ਪਾਰਟੀ ਨੇ ਸਾਨੇਵਾਲ ਵੱਲੋਂ ਦਿੱਤੇ ਮਸ਼ਵਰੇ ਅਨੁਸਾਰ ਪਾਰਟੀ ਕੇਂਦਰ ਸਥਾਪਿਤ ਕਰਨ ਦਾ ਕਾਰਜ ਨੇਪਰੇ ਚਾੜ ਲਿਆ ਸੀ। ਇਸ ਉਦੇਸ਼ ਲਈ ਅੰਮ੍ਰਿਤਸਰ ਤੇ ਲਾਹੌਰ ਅੰਦਰ ਢੁਕਵੇਂ ਮਕਾਨ ਕਿਰਾਏ ਤੇ ਲੈ ਲਏ ਸਨ। ਅੰਮ੍ਰਿਤਸਰ ਸ਼ਹਿਰ ਵਿੱਚ ਪਾਰਟੀ ਦੇ ਹੇਠ ਲਿਖੇ ਗੁਪਤ ਅੱਡੇ ਸਨ, ਜਿਵੇਂ ਨੰਬਰ 1 ਨਾਨਕ ਸਿੰਘ ਦਾ ਚੁਬਾਰਾ, ਨੰਬਰ 2 ਬਾਬਾ ਅਟਲ ਹਾਊਸ, ਨੰਬਰ 3 ਬੀਬੀ ਅਤਰੀ ਦਾ ਘਰ, ਨੰਬਰ 4 ਨੌਰੰਗ ਸਿੰਘ ਤਾਂਗੀ ਦਰਜੀ ਦੀ ਦੁਕਾਨ, ਨੰਬਰ 5 ਹਰਦਿੱਤ ਸਿੰਘ ਦੀ ਦੁਕਾਨ, ਨੰਬਰ 6 ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ, ਨੰਬਰ 7 ਵਰਪਾਲੀ ਧਰਮਸ਼ਾਲਾ ਅਤੇ ਨੰਬਰ 8 ਰਸੂਲਪੁਰੀਆਂ ਦੀ ਹਵੇਲੀ। ਲਾਹੌਰ ਵਿੱਚ ਵੀ ਅੱਡ-ਅੱਡ ਕੰਮਾਂ ਲਈ ਵਰਤਣ ਵਾਸਤੇ 4-5 ਮਕਾਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਮੂਲਾ ਸਿੰਘ ਮੀਰਾਂ ਕੋਟੀਆਂ ਨੂੰ ਪਾਰਟੀ ਕੇਂਦਰ ਦਾ ਕਾਰ ਮੁਖਤਿਆਰ ਬਣਾਇਆ ਗਿਆ ਸੀ। ਰਾਸ ਬਿਹਾਰੀ ਨੂੰ ਅੰਮ੍ਰਿਤਸਰ ਵਿਖੇ ਅਟਲ ਹਾਊਸ ਵਿੱਚ ਠਹਿਰਾਇਆ ਗਿਆ ਸੀ। ਉਹ 5 ਫਰਵਰੀ ਤੱਕ ਉੱਥੇ ਰਿਹਾ ਅਤੇ ਇਸ ਸਾਰੇ ਸਮੇਂ ਦੇ ਦੌਰਾਨ ਉਹ ਇੱਕ ਵਾਰ ਵੀ ਮਕਾਨ ਤੋਂ ਬਾਹਰ ਨਹੀਂ ਨਿਕਲਿਆ ਸੀ। ਰੂਪੋਸ਼ੀ ਦੇ ਜੀਵਨ ਵਾਸਤੇ ਇਸ ਮਰਜ਼ਾਦਾ ਦਾ ਪਾਲਣ ਕਰਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਮੁਸ਼ਕਲ ਵੀ ਹੁੰਦਾ ਹੈ। ਜਣਾ ਖਣਾ ਅਜਿਹਾ ਸੰਜਮ ਨਹੀਂ ਰੱਖ ਸਕਦਾ। ਇਹ ਗੁਣ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਰਾਸ ਬਿਹਾਰੀ ਬੋਸ ਨੇ ਆਉਂਦਿਆਂ ਹੀ ਪ੍ਰਮੁੱਖ ਗਦਰੀਆਂ ਨਾਲ ਸਲਾਹਾਂ ਮਸ਼ਵਰੇ ਕਰਕੇ ਸਮੁੱਚੇ ਕਾਰਜਾਂ ਦੀ ਸੁਚੱਜੀ ਵਿਉਂਤਬੰਦੀ ਕੀਤੀ। ਡਾਕੇ ਮਾਰਨ ਦੇ ਨਾਲੋਂ ਨਾਲ ਛਾਉਣੀਆਂ ਵਿੱਚ ਪ੍ਰਚਾਰ ਅੰਦਰ ਤੇਜ਼ੀ ਲਿਆਉਣ ਦੇ ਯਤਨ ਕੀਤੇ ਗਏ। ਸਾਨੇਵਾਲ ਨੇ ਭਾਈ ਕਰਤਾਰ ਸਿੰਘ ਸਰਾਭਾ ਨਾਲ ਬੈਠ ਕੇ ਛਾਉਣੀਆਂ ਅੰਦਰ ਕੀਤੇ ਗਏ ਤੇ ਕਰਨ ਗੋਚਰੇ ਕੰਮਾਂ ਦੀ ਤਫਸੀਲ ਤਿਆਰ ਕਰ ਲਈ ਸੀ। ਉਸ ਨੇ ਉਹਨਾਂ ਪਲਟਣਾਂ ਦੀ ਸੂਚੀ ਬਣਾਈ ਜਿਨ੍ਹਾਂ ਅੰਦਰ ਉਦੋਂ ਤੱਕ ਕੰਮ ਨਹੀਂ ਕੀਤਾ ਗਿਆ। ਇਸ ਤਰ੍ਹਾਂ ਇਹਨਾਂ ਪਲਟਣਾਂ ਅੰਦਰ ਪ੍ਰਚਾਰ ਕਰਨ ਦਾ ਕਾਰਜ ਤਰਜੀਹੀ ਮਿਥਿਆ ਗਿਆ ਅਤੇ ਇਸ ਮੰਤਵ ਲਈ ਅੱਡ-ਅੱਡ ਬੰਦਿਆਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ। ਇਹ ਅਮਲ ਬੋਸ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਸ ਮੁਤਾਬਕ ਹਿਰਦੇ ਰਾਮ, ਜਿਹੜਾ ਖੁਦ ਮੰਡੀ ਰਿਆਸਤ ਦਾ ਠਾਕਰ ਸੀ, ਨੂੰ ਜਨਵਰੀ ਦੇ ਅਖੀਰ ਵਿੱਚ ਜਲੰਧਰ ਛਾਉਣੀ ਵਿੱਚ ਡੋਗਰਿਆਂ ਨਾਲ ਸੰਪਰਕ ਕਰਨ ਲਈ ਭੇਜਿਆ ਗਿਆ। ਉੱਥੇ ਉਹ ਡੋਗਰਿਆਂ ਤੋਂ ਇਲਾਵਾ ਹੋਰਨਾਂ ਸਿਪਾਹੀਆਂ ਨੂੰ ਵੀ ਮਿਲਿਆ। ਭਾਈ ਹਰਨਾਮ ਸਿੰਘ ਕੋਟਲਾ ਸੰਤ ਗੁਲਾਬ ਸਿੰਘ ਨਾਲ ਬੰਨੂ ਗਿਆ ਅਤੇ ਉੱਥੇ 35 ਨੰਬਰ ਸਿੱਖ ਰੈਜੀਮੈਂਟ ਦੇ ਕੁਝ ਸਿਪਾਹੀਆਂ ਨੂੰ ਮਿਲੇ। ਉਹਨਾਂ ਸਿਪਾਹੀਆਂ ਨੇ ਦੱਸਿਆ ਕਿ ਉਹਨਾਂ ਨੂੰ ਥੋੜੇ ਹੀ ਦਿਨਾਂ ਵਿੱਚ ਰਾਵਲਪਿੰਡੀ ਭੇਜਿਆ ਜਾ ਰਿਹਾ ਹੈ ਅਤੇ ਉਹਨਾਂ ਯਕੀਨ ਦਿਵਾਇਆ ਕਿ ਉਹ ਉੱਥੇ ਬਗਾਵਤ ਵਿੱਚ ਜ਼ਰੂਰ ਸ਼ਾਮਲ ਹੋ ਜਾਣਗੇ। ਭਾਈ ਹਰਨਾਮ ਸਿੰਘ ਨੇ ਰਾਵਲਪਿੰਡੀ, ਨੌਸ਼ਹਿਰਾ ਤੇ ਪੇਸ਼ਾਵਰ ਵੀ ਗੇੜਾ ਮਾਰਿਆ। ਭਾਈ ਪਿਆਰਾ ਸਿੰਘ ਲੰਗੇਰੀ ਦਸੰਬਰ ਦੇ ਮਹੀਨੇ ਕੁਹਾਟ ਗਿਆ ਤੇ ਉੱਥੇ ਕੁਝ ਸਿਪਾਹੀਆਂ ਨੂੰ ਮਿਲਿਆ। ਭਾਈ ਗੁਰਮਤ ਸਿੰਘ ਲਲਤੋਂ ਤੇ ਭਾਈ ਊਧਮ ਸਿੰਘ ਵੜਿੰਗ ਰਾਵਲਪਿੰਡੀ, ਨੌਸ਼ਹਿਰਾ, ਪੇਸ਼ਾਵਰ, ਜੇਲਮ ਤੇ ਹੋਤੀ ਮਰਦਾਨ ਦੀਆਂ ਛਾਉਣੀਆਂ ਵਿੱਚ ਗਏ। ਇਸੇ ਦੌਰਾਨ ਭਾਈ ਜਵੰਦ ਸਿੰਘ ਨੰਗਲ ਕਲਾਂ ਨੇ ਕਪੂਰਥਲੇ ਜਾ ਕੇ ਰਸਾਲੇ ਨਾਲ ਸੰਪਰਕ ਕੀਤਾ। ਇਹ ਸਾਰਾ ਕੰਮ ਪੂਰੇ ਖੁਫੀਆ ਢੰਗ ਨਾਲ ਹੋ ਰਿਹਾ ਸੀ। 15 ਫਰਵਰੀ ਤੱਕ ਅੰਗਰੇਜ਼ੀ ਸਰਕਾਰ ਨੂੰ ਇਸ ਦੀ ਭਿਣਕ ਤੱਕ ਨਹੀਂ ਪਈ ਸੀ। ਉਸ ਦੀ CID, ਜਿਹੜੀ ਆਪਣੇ ਆਪ ਨੂੰ ਬੇਹੱਦ ਚਾਤਰ ਤੇ ਨਿਪੁੰਨ ਸਮਝਦੀ ਸੀ, ਨੂੰ ਇਸ ਦੀ ਉੱਕਾ ਹੀ ਕੋਈ ਸੂਹ ਨਹੀਂ ਲੱਗੀ ਸੀ। 26 ਨਵੰਬਰ ਨੂੰ ਝਾੜ ਸਾਹਿਬ ਤੇ ਫੇਰੂ ਸ਼ਹਿਰ ਦੇ ਬਦਨਸੀਬ ਘਟਨਾਕ੍ਰਮ ਤੋਂ ਬਾਅਦ ਵੀ ਗਦਰ ਪਾਰਟੀ ਦਾ ਛਾਉਣੀਆਂ ਅੰਦਰਲੇ ਕੰਮ ਦਾ ਭੇਦ ਪ੍ਰਗਟ ਨਹੀਂ ਹੋਇਆ ਸੀ। ਇਹ ਸਾਰੀ ਕਹਾਣੀ ਚੱਬੇ ਦੇ ਡਾਕੇ ਕਰਕੇ ਵਿਗੜੀ, ਜਿਹੜਾ ਕਿ ਅੱਗੇ ਜਾ ਕੇ ਵੇਖਾਂਗੇ। ਰਾਸ ਬਿਹਾਰੀ ਨੇ 15-16 ਦਿਨਾਂ ਦੇ ਬਾਅਦ 6 ਫਰਵਰੀ ਨੂੰ ਆਪਣਾ ਅੱਡਾ ਅੰਮ੍ਰਿਤਸਰ ਤੋਂ ਲਾਹੌਰ ਤਬਦੀਲ ਕਰ ਲਿਆ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉੱਥੇ ਉਹ ਮੀਆਂ ਮੀਰ ਦੀ ਛਾਉਣੀ ਅੰਦਰ ਬਗਾਵਤ ਦੀਆਂ ਤਿਆਰੀਆਂ ਦੀ ਆਪ ਸਿੱਧੀ ਨਿਗਰਾਨੀ ਕਰ ਸਕਦਾ ਸੀ, ਕਿਉਂਕਿ ਇਹ ਛਾਉਣੀ ਉਹਨਾਂ ਦੀ ਸਮੁੱਚੀ ਯੋਜਨਾ ਦੀ ਝੂਲ ਸੀ। ਜਿਸ ਕਰਕੇ ਇਸ ਅੰਦਰ ਤਿਆਰੀ ਦਾ ਕੰਮ ਸਿੱਕੇਬੰਦ ਲੀਹਾਂ ਤੇ ਹੋਣਾ ਚਾਹੀਦਾ ਸੀ। ਇਸ ਵਿੱਚ ਕੋਈ ਕਾਣ ਕਸਰ ਨਹੀਂ ਰਹਿਣੀ ਚਾਹੀਦੀ ਸੀ।
ਲਾਹੌਰ ਅੰਦਰ ਪਹਿਲਾਂ 4 ਘਰ ਕਿਰਾਏ ਤੇ ਲਏ ਗਏ ਸਨ। ਇੱਕ ਘਰ ਮੋਚੀ ਦਰਵਾਜ਼ੇ ਤੋਂ ਬਾਹਰ, ਇਸ ਘਰ ਦੇ ਹੇਠਾਂ ਦੁਕਾਨ ਸੀ। ਇੱਕ ਗਵਾਲ ਮੰਡੀ ਵਿੱਚ, ਇੱਕ ਗੁਮਟੀ ਬਾਜ਼ਾਰ ਵਿੱਚ ਅਤੇ ਇੱਕ ਵੱਛੋਵਾਲੀ ਵਿੱਚ। ਇਹ ਦੋਨੋਂ ਮਗਰਲੇ ਘਰ ਪ੍ਰਚਾਰ ਲਈ ਗਦਰ ਸਹਿਤ ਛਾਪਣ ਵਾਸਤੇ ਲਏ ਗਏ ਸਨ। ਮੋਚੀ ਦਰਵਾਜ਼ੇ ਵਾਲਾ ਘਰ ਕਾਫੀ ਵੱਡਾ ਹੋਣ ਕਰਕੇ ਇਸ ਦੀ ਵਰਤੋਂ ਗਦਰੀਆਂ ਦੇ ਆਪਸ ਵਿੱਚ ਮਿਲਣ ਗਿਲਣ ਲਈ ਕੀਤੀ ਜਾਂਦੀ ਸੀ। ਰਾਸ ਬਿਹਾਰੀ ਨੇ ਅੰਮ੍ਰਿਤਸਰੋਂ ਆ ਕੇ ਗਵਾਲ ਮੰਡੀ ਵਾਲੇ ਘਰ ਵਿੱਚ ਡੇਰੇ ਲਾਏ। ਇਸ ਘਰ ਨੂੰ ਉਚੇਚਾ ਇਸੇ ਕਾਰਜ ਲਈ ਲਿਆ ਗਿਆ ਸੀ, ਜਿਸ ਕਰਕੇ ਇਸ ਦਾ ਥੋੜੇ ਜਿਹੇ ਖਾਸੋ ਖਾਸ ਬੰਦਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਪਤਾ ਨਹੀਂ ਸੀ। ਇਹ ਘਰ ਰਾਏ ਬਹਾਦਰ ਗੰਗਾ ਰਾਮ ਦਾ ਸੀ, ਜਿਸ ਕਰਕੇ ਇਸ ਤੇ ਛੇਤੀ ਕੀਤਿਆਂ ਸ਼ੱਕ ਨਹੀਂ ਹੋ ਸਕਦਾ ਸੀ। ਥੋੜੇ ਹੀ ਦਿਨਾਂ ਪਿੱਛੋਂ ਗਵਾਲ ਮੰਡੀ ਵਿੱਚ ਹੀ ਇੱਕ ਹੋਰ ਘਰ ਲਿਆ ਗਿਆ, ਤਾਂ ਕਿ ਜਿਉਂ ਹੀ ਰਾਸ ਬਿਹਾਰੀ ਵਾਲੇ ਘਰ ਨੂੰ ਖਤਰਾ ਦਿਖਾਈ ਦੇਵੇ ਤਾਂ ਉਹ ਉਸ ਵੇਲੇ ਇਸ ਨਵੇਂ ਘਰ ਵਿੱਚ ਚਲਾ ਜਾਵੇ। ਇਹ ਘਰ ਮਹਿਫੂਜ਼ ਹੋਣ ਕਰਕੇ ਵਾਧੂ ਅਸਲਾ ਇਸ ਵਿੱਚ ਰੱਖਿਆ ਗਿਆ ਸੀ। ਇਸ ਘਰ ਦਾ ਪਤਾ ਹੋਰ ਵੀ ਥੋੜੇ ਜਿਹੇ ਬੰਦਿਆਂ ਸੱਜਣ ਸਿੰਘ ਨਾਰੰਗਵਾਲ, ਕਰਤਾਰ ਸਿੰਘ ਸਰਾਭਾ ਆਦਿ ਨੂੰ ਹੀ ਸੀ। ਇਹ ਸੁਚੱਜੀ ਯੋਜਨਾ ਰਾਸ ਬਿਹਾਰੀ ਦੀ ਸੀ। ਉਹਨਾਂ ਦਾ ਬਨਾਰਸ ਤੇ ਹੋਰਨਾਂ ਥਾਵਾਂ ਤੇ ਅਜਿਹਾ ਹੀ ਅਨੁਭਵ ਸੀ। ਲਾਹੌਰ ਵਿੱਚ ਇੱਕ ਮਕਾਨ ਮੂਲ ਚੰਦ ਦੀ ਸਰਾਂ ਵਿੱਚ ਲੈ ਕੇ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਨੂੰ ਦਿੱਤਾ ਗਿਆ, ਜੋ ਲਾਹੌਰ ਵਿੱਚ ਪਾਰਟੀ ਅੱਡਿਆਂ ਦਾ ਪਤਾ ਸੁਰ ਰੱਖਦੀ। ਬਾਹਰੋਂ ਅੱਡਿਆਂ ਉੱਤੇ ਆਉਣ ਵਾਲੇ ਵਰਕਰ ਬੀਬੀ ਪਾਸੋਂ ਸੁੱਖ ਸਾਨ ਦਾ ਪਤਾ ਕਰਕੇ ਅੱਡਿਆਂ ਉੱਤੇ ਜਾਂਦੇ। ਅੰਤਮ ਤਿਆਰੀਆਂ। ਫਰਵਰੀ ਚੜ੍ਹਦਿਆਂ ਹੀ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿਗਲੇ ਤੇ ਸੁੱਚਾ ਸਿੰਘ ਪੰਜਾਬ ਤੋਂ ਬਾਹਰ ਛਾਉਣੀਆਂ ਵਿੱਚ ਪ੍ਰਚਾਰ ਕਰਨ ਜੁਟ ਗਏ ਸਨ। ਭਾਈ ਕਰਤਾਰ ਸਿੰਘ ਸਰਾਭਾ ਮਨਸੂਰਾਂ ਦੇ ਡਾਕੇ ਵਿੱਚੋਂ ਮਿਲਿਆ ਸੋਨਾ ਤੇ ਚਾਂਦੀ ਲੈ ਕੇ 28 ਜਨਵਰੀ ਨੂੰ ਅੰਮ੍ਰਿਤਸਰ ਚਲਾ ਗਿਆ ਸੀ। ਸਾਹਨੇਵਾਲ ਤੇ ਮਨਸੂਰਾਂ ਦੇ ਡਾਕਿਆਂ ਵਿੱਚ ਸ਼ਾਮਲ ਉਸਦੇ ਕੁਝ ਦੂਸਰੇ ਸਾਥੀ ਭਾਈ ਜਗਤ ਸਿੰਘ ਸੁਰ ਸਿੰਘੀਆ, ਹਰਨਾਮ ਸਿੰਘ ਸਿਆਲਕੋਟੀ, ਅਰਜਨ ਸਿੰਘ ਖੁਖਰਾਨਾ, ਵੀਰ ਸਿੰਘ ਬਾਹੋਵਾਲ, ਜਵੰਦ ਸਿੰਘ ਨੰਗਲ ਕਲਾਂ ਤੇ ਰਾਮ ਰੱਖਾ ਆਦਿ ਵੀ ਉੱਥੇ ਪਹੁੰਚ ਗਏ ਸਨ, ਜਿੱਥੇ ਉਹ ਗੁਲਾਬ ਸਿੰਘ ਦੀ ਧਰਮਸ਼ਾਲਾ ਵਿੱਚ ਇਕੱਠੇ ਹੋਏ। ਸਰਾਭੇ ਨੇ ਸੋਨਾ ਤੇ ਚਾਂਦੀ ਕਿਸੇ ਸੁਨਿਆਰ ਕੋਲੋਂ ਪਿਘਲਾਉਣ ਲਈ ਮੂਲਾ ਸਿੰਘ ਨੂੰ ਸੌਂਪ ਦਿੱਤਾ ਸੀ। ਉੱਥੋਂ ਵਿਹਲਾ ਹੋ ਕੇ ਉਹ ਅਟਲ ਹਾਊਸ ਗਿਆ ਅਤੇ ਰਾਸ ਬਿਹਾਰੀ ਨੂੰ ਮਿਲਿਆ। ਉਸ ਨੂੰ ਸਾਰੀ ਰਿਪੋਰਟ ਦਿੱਤੀ। ਮੂਲਾ ਸਿੰਘ ਸੁਨਿਆਰ ਕੋਲੋਂ ਸੋਨਾ ਚਾਂਦੀ ਪਿਘਲਾ ਲਿਆਇਆ। ਅਮਰ ਸਿੰਘ ਇਸ ਨੂੰ ਵੇਚਣ ਲਈ ਲਾਹੌਰ ਚਲਾ ਗਿਆ ਅਤੇ ਇਸ ਦੇ ਜੋ ਵੀ ਪੈਸੇ ਮਿਲੇ ਉਹ ਉਹਨਾਂ ਰਾਸ ਬਿਹਾਰੀ ਬੋਸ ਨੂੰ ਸੌਂਪ ਦਿੱਤੇ। ਡਾਕਿਆਂ ਵਿੱਚੋਂ ਹੋਈ ਕਮਾਈ ਦਾ ਵੱਡਾ ਭਾਗ ਬੰਗਾਲੀਆਂ ਨੂੰ ਹੀ ਸੌਂਪ ਦਿੱਤਾ ਗਿਆ ਸੀ। ਭਾਈ ਕਰਤਾਰ ਸਿੰਘ ਸਰਾਭਾ 2 ਦਿਨ ਲਗਾਤਾਰ ਅੰਮ੍ਰਿਤਸਰ ਹੀ ਰਿਹਾ ਅਤੇ ਰਾਸ ਬਿਹਾਰੀ ਨਾਲ ਬਗਾਵਤ ਦੀਆਂ ਅੰਤਮ ਤਿਆਰੀਆਂ ਬਾਰੇ ਬਰੀਕੀ ਵਿੱਚ ਸਲਾਹਾਂ ਹੁੰਦੀਆਂ ਰਹੀਆਂ। ਉਸ ਵੇਲੇ ਪਿਗਲੇ ਵੀ ਉੱਥੇ ਹੀ ਸੀ। ਸਰਾਭਾ ਪੰਜਾਬ ਤੋਂ ਬਾਹਰਲੀਆਂ ਛਾਉਣੀਆਂ ਅੰਦਰਲੀਆਂ ਦੇਸੀ ਪਲਟਣਾ ਅੰਦਰ ਗਦਰ ਦੇ ਪ੍ਰਚਾਰ ਬਾਰੇ ਬਹੁਤ ਗੰਭੀਰ ਤੇ ਉਤਾਵਲਾ ਸੀ। ਇਸ ਬਾਰੇ ਉਸਨੇ ਰਾਸ ਬਿਹਾਰੀ ਤੇ ਪਿਗਲੇ ਨਾਲ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਅਤੇ ਕੁਝ ਠੋਸ ਨਿਰਣੇ ਲਏ, ਜਿਨ੍ਹਾਂ ਮੁਤਾਬਕ ਪਿਗਲੇ ਤੇ ਸਰਾਭਾ ਨੇ ਸੰਯੁਕਤ ਪ੍ਰਦੇਸ਼ ਦੀਆਂ ਛਾਉਣੀਆਂ ਅੰਦਰ ਜਾਣ ਦਾ ਪ੍ਰੋਗਰਾਮ ਉਲੀਕਿਆ। 2 ਫਰਵਰੀ ਨੂੰ ਭਾਈ ਕਰਤਾਰ ਸਿੰਘ ਨੇ ਅੰਮ੍ਰਿਤਸਰ ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿੱਚ ਤੇ ਬੀਬੀ ਅਤਰੀ ਦੇ ਘਰੇ ਆਪਣੇ ਸਾਥੀਆਂ ਨਾਲ ਜ਼ਰੂਰੀ ਵਿਚਾਰਾਂ ਕੀਤੀਆਂ। ਉੱਥੋਂ ਉਹ ਤੇ ਸੁੱਚਾ ਸਿੰਘ ਲੁਧਿਆਣੇ ਨੂੰ ਗਏ। ਸਰਾਭਾ ਇਸਲਾਮੀਆ ਬੋਰਡਿੰਗ ਹਾਊਸ ਵਿੱਚ ਸੁੱਚਾ ਸਿੰਘ ਦੇ ਕਮਰੇ ਵਿੱਚ ਠਹਿਰਿਆ ਅਤੇ ਸੁੱਚਾ ਸਿੰਘ ਨੇ ਸਕੂਲ ਜਾ ਕੇ 3 ਦਿਨਾਂ ਦੀ ਛੁੱਟੀ ਲੈ ਲਈ। ਲੁਧਿਆਣੇ ਤੋਂ ਉਹਨਾਂ ਦੋਵਾਂ ਨੇ ਰਾਤ ਦੀ ਗੱਡੀ ਫੜੀ ਅਤੇ ਅਗਲੇ ਦਿਨ ਸਵੇਰੇ ਹੀ ਮੇਠ ਪਹੁੰਚ ਗਏ। ਪਿਗਲੇ ਵੀ ਉੱਥੇ ਉਹਨਾਂ ਨਾਲ ਰਲ ਗਿਆ। ਸੁੱਚਾ ਸਿੰਘ ਦਾ ਬਾਪ ਫੌਜ ਵਿੱਚ ਸੀ, ਜੋ ਉਸ ਵੇਲੇ ਫਰਾਂਸ ਅੰਦਰ ਜੰਗ ਦੇ ਮੋਰਚੇ ਤੇ ਸੀ। ਸੁੱਚਾ ਸਿੰਘ ਦੇ 2 ਚਚੇਰੇ ਭਰਾ ਮੇਠ 12ਵੇਂ ਰਸਾਲੇ ਵਿੱਚ ਸਨ। ਉਸ ਵੇਲੇ ਰਸਾਲਾ ਲੜਾਈ ਦਾ ਅਭਿਆਸ ਕਰਨ ਲਈ ਬਾਹਰ ਫੀਲਡ ਵਿੱਚ ਗਿਆ ਹੋਇਆ ਸੀ, ਪਰ ਫਿਰ ਵੀ ਸਰਾਭੇ ਹੋਰਾਂ ਨੂੰ ਰਸਾਲੇ ਦੇ ਕੁਝ ਸਵਾਰ ਮਿਲ ਗਏ ਸਨ। ਉਹਨਾਂ ਨੇ ਇਹਨਾਂ ਸਵਾਰਾਂ ਨਾਲ ਗੱਲਾਂ ਬਾਤਾਂ ਕੀਤੀਆਂ। ਇਹਨਾਂ ਚੋਂ ਇੱਕ ਭਾਈ ਈਸ਼ਰ ਸਿੰਘ ਉਹਨਾਂ ਦਾ ਪੱਕਾ ਯੁੱਧ ਸਾਥੀ ਬਣ ਗਿਆ ਸੀ। ਉਹਨਾਂ ਨੇ 128ਵੇਂ ਪਾਇਓਨੀਅਰਜ਼ ਦੇ ਫੂਲਾ ਸਿੰਘ ਅਤੇ ਮੇਠ ਗੈਰੀਸਨ ਕਿਲੇ ਦੀ ਰਾਖੀ ਕਰਨ ਵਾਲੀ ਫੌਜ ਦੇ ਕੁਝ ਕੁ ਸਿਪਾਹੀਆਂ ਨੂੰ ਵੀ ਗਦਰ ਦਾ ਸੰਦੇਸ਼ ਦੇ ਕੇ ਉਹਨਾਂ ਦੀ ਬਗਾਵਤ ਲਈ ਹਾਮੀ ਲੈ ਲਈ ਸੀ। ਅਗਲੇ ਦਿਨ 4 ਫਰਵਰੀ ਨੂੰ ਸਰਾਭਾ ਤੇ ਸੁੱਚਾ ਸਿੰਘ ਮੇਠ ਤੋਂ ਆਗਰੇ ਚਲੇ ਗਏ।
ਉੱਥੇ ਉਹਨਾਂ ਨੂੰ ਕੋਈ ਸਿੱਖ ਪਲਟਣ ਨਾ ਮਿਲੀ। ਤਾਂ ਵੀ ਉਹ ਬਿਨਾਂ ਜਾਣ ਪਛਾਣ ਤੋਂ ਪਿਆਦਾ ਫੌਜ ਦੀਆਂ 2 ਰੈਜੀਮੈਂਟਾਂ ਦੀਆਂ ਬਾਰਕਾਂ ਵਿੱਚ ਚਲੇ ਗਏ, ਪਰ ਕਿਸੇ ਵੀ ਸਿਪਾਹੀ ਨੇ ਡਰਦਿਆਂ ਉਹਨਾਂ ਦੀਆਂ ਗੱਲਾਂ ਦਾ ਬਹੁਤਾ ਹੁੰਗਾਰਾ ਨਾ ਭਰਿਆ। ਉਹ ਬਹੁਤੀ ਵੇਰ ਬਿਨਾਂ ਕਿਸੇ ਜਾਣ ਪਛਾਣ ਦੇ ਇਸੇ ਤਰ੍ਹਾਂ ਸਿੱਧੇ ਬਾਰਕਾਂ ਅੰਦਰ ਜਾ ਵੜਦੇ ਸਨ ਅਤੇ ਸਾਹਮਣੇ ਜੋ ਵੀ ਸਿੱਖ ਸਿਪਾਹੀ ਨਜ਼ਰ ਆਉਂਦਾ ਸੀ ਉਸ ਨਾਲ ਗੱਲੀਂ ਲੱਗ ਜਾਂਦੇ ਸਨ। ਉਹਨਾਂ ਨੂੰ ਸਿੱਖ ਫੌਜੀਆਂ ਨਾਲ ਗੱਲਬਾਤ ਕਰਨ ਦੀ ਅਜਿਹੀ ਜਾਚ ਆ ਗਈ ਸੀ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ ਫੌਜੀ ਜਵਾਨਾਂ ਅੰਦਰ ਸਿੱਖੀ ਦਾ ਜਜ਼ਬਾ ਤੇ ਜੋਸ਼ ਜਾਗ ਉੱਠਦਾ ਸੀ ਅਤੇ ਉਹ ਝੱਟ ਬਗਾਵਤ ਕਰਨ ਲਈ ਸਹਿਮਤ ਹੋ ਜਾਇਆ ਕਰਦੇ ਸਨ। ਗਦਰੀਆਂ ਦੀ ਪੁੱਛਗਿੱਛ ਕਰਨ ਵਾਲੇ 2 ਵੱਡੇ ਪੁਲਿਸ ਅਫਸਰਾਂ ਨੇ ਭਾਈ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਗਦਰੀਆਂ ਦੇ ਬੈਰਕਾਂ ਅੰਦਰ ਜਾਣ ਦੇ ਹੌਸਲੇ ਤੇ ਨਿਡਰ ਪੁਣੇ ਉੱਤੇ ਹੈਰਾਨੀ ਪ੍ਰਗਟਾਈ ਹੈ। ਸਰਾਭਾ ਤਾਂ ਜਿਵੇਂ ਨਿਧੜਕ ਹੋ ਕੇ ਸਿੱਧਾ ਬਾਰਕਾਂ ਦੇ ਅੰਦਰ ਚਲਾ ਜਾਂਦਾ ਸੀ। ਉਸ ਦੀ ਇਸ ਨਿਡਰਤਾ ਨੂੰ ਵੇਖ ਕੇ ਸਿਪਾਹੀਆਂ ਦੇ ਦਿਲਾਂ ਵਿੱਚ ਇਹ ਆਉਂਦਾ ਸੀ ਕਿ ਜੇਕਰ ਇਸ ਮਲੂਕ ਜੇ ਮੁੰਡੇ ਨੂੰ ਮੌਤ ਦੀ ਮਾਸਾ ਪਰਵਾਹ ਨਹੀਂ ਤਾਂ ਸਾਡਾ ਇਸ ਦਾ ਸਾਥ ਦੇਣ ਤੋਂ ਡਰਨਾ ਸ਼ੋਭਾ ਨਹੀਂ ਦਿੰਦਾ। ਉਹ ਉਸ ਦੀ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਦੀਵਾਨੇ ਹੋ ਜਾਂਦੇ ਸਨ। 26ਵੀਂ ਰੈਜੀਮੈਂਟ ਦੇ ਭਾਈ ਹਰਨਾਮ ਸਿੰਘ ਕਾਲਾ ਸੰਘਿਆ ਨੇ 27 ਜਨਵਰੀ 1974 ਨੂੰ ਪ੍ਰੋਫੈਸਰ ਹਰੀਸ਼ ਕੇ ਪੁਰੀ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਕਰਤਾਰ ਸਿੰਘ ਸਰਾਭਾ ਮੰਤਰ ਮੁਗਧ ਕਰ ਲੈਣ ਵਾਲੀ ਦਲੇਰੀ ਤੇ ਵਿਸ਼ਵਾਸ ਨਾਲ ਅਕਸਰ ਬੈਰਕਾਂ ਵਿੱਚ ਆਉਂਦਾ ਰਹਿੰਦਾ ਸੀ, ਕਦੀ ਸਾਧੂ ਦੇ ਭੇਸ ਵਿੱਚ, ਕਦੀ ਝਾੜੂ ਦੇਣ ਵਾਲੇ ਵਜੋਂ ਤੇ ਕਦੇ ਫਕੀਰ ਬਣ ਕੇ। ਇਸ ਪੱਖ ਤੋਂ ਕਰਤਾਰ ਸਿੰਘ ਸਰਾਭਾ ਦੀ ਸੁੱਚਾ ਸਿੰਘ ਨਾਲ ਪੂਰੀ ਮੀਚਾ ਬਹਿੰਦੀ ਸੀ। ਸੁੱਚਾ ਸਿੰਘ ਤਾਂ ਉਮਰ ਵਿੱਚ ਸਰਾਭੇ ਤੋਂ ਵੀ ਛੋਟਾ ਸੀ। ਉਹ ਅਜੇ ਸਕੂਲ ਵਿੱਚ ਹੀ ਪੜ੍ਹਦਾ ਸੀ। ਇਸ ਕਰਕੇ ਉਸ ਦੇ ਹੌਸਲੇ ਤੇ ਜ਼ਿੰਦਾ ਦਿਲੀ ਦਾ ਸਿੱਖ ਸਿਪਾਹੀਆਂ ਉੱਤੇ ਤਕੜਾ ਅਸਰ ਪੈਂਦਾ ਸੀ, ਜਿਸ ਕਰਕੇ ਛਾਉਣੀਆਂ ਅੰਦਰ ਇਸ ਜੋੜੀ ਨੂੰ ਜਿੰਨੀ ਸਫਲਤਾ ਮਿਲੀ ਉਹ ਹੈਰਾਨੀਜਨਕ ਸੀ। ਆਗਰੇ ਤੋਂ ਬਿਨਾਂ ਠੋਸ ਕਮਾਈ ਕੀਤਿਆਂ ਉਹ ਅਗਲੇ ਦਿਨ 5 ਫਰਵਰੀ ਨੂੰ ਦੋਨੋਂ ਇਕੱਠੇ ਕਾਨਪੁਰ ਚਲੇ ਗਏ। ਉੱਥੇ ਉਹਨਾਂ ਨੇ ਕੁਝ ਮੁਸਲਮਾਨ ਸਿਪਾਹੀਆਂ ਨੂੰ ਗਦਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦਾ ਯਤਨ ਤਾਂ ਕੀਤਾ, ਪਰ ਬਹੁਤੀ ਸਫਲਤਾ ਨਾ ਮਿਲੀ। ਅਗਲੇ ਦਿਨ 6 ਫਰਵਰੀ ਨੂੰ ਉਹ ਕਾਨਪੁਰ ਤੋਂ ਇਲਾਹਾਬਾਦ ਚਲੇ ਗਏ। ਉੱਥੇ ਵੀ ਉਹ ਬਗੈਰ ਜਾਣ ਪਛਾਣ ਤੋਂ ਪਹਿਲਾਂ ਤੋਪਖਾਨੇ ਦੀਆਂ ਬਾਰਕਾਂ ਵਿੱਚ ਗਏ, ਪਰ ਉਹਨਾਂ ਨੂੰ ਗੈਰ ਸਿੱਖ ਸਿਪਾਹੀਆਂ ਕੋਲੋਂ ਕੋਈ ਖਾਸ ਹੁੰਗਾਰਾ ਨਾ ਮਿਲਿਆ। ਫਿਰ ਉਹ ਪਿਆਦਾ ਸਿਪਾਹੀਆਂ ਦੀ ਬਾਰਕ ਅੰਦਰ ਚਲੇ ਗਏ, ਜਿੱਥੇ ਇੱਕ ਹੌਲਦਾਰ ਉਹਨਾਂ ਨੂੰ ਪੂਰੇ ਤਪਾਕ ਨਾਲ ਮਿਲਿਆ ਅਤੇ ਉਹਨਾਂ ਦੇ ਕਾਜ ਨਾਲ ਸਹਿਮਤੀ ਪ੍ਰਗਟਾਈ। ਇਲਾਹਾਬਾਦ ਤੋਂ ਉਸੇ ਹੀ ਦਿਨ ਉਹ ਬਨਾਰਸ ਨੂੰ ਚੱਲ ਪਏ। ਉੱਥੇ ਉਹ ਸਚਿੰਦਰ ਨਾਥ ਸਾਨਿਆਲ ਤੇ ਵਿਆਨਕ ਰਾਓ ਕਪਲੇ ਨੂੰ ਮਿਲੇ ਅਤੇ ਉਹਨਾਂ ਨਾਲ ਭਰਪੂਰ ਵਿਚਾਰ ਵਟਾਂਦਰਾ ਹੋਇਆ। 7 ਫਰਵਰੀ ਨੂੰ ਉਹਨਾਂ ਨੇ ਬਨਾਰਸ ਵਿੱਚ ਅੰਗਰੇਜ਼ੀ ਦੇ ਪਾਇਓਨੀਅਰ ਅਖਬਾਰ 'ਚ ਚੱਬੇ ਵਾਲੇ ਡਾਕੇ ਦੀ ਖਬਰ ਪੜ੍ਹੀ। ਉੱਥੇ ਬੰਗਾਲੀਆਂ ਦੀ ਦੱਸ ਉੱਤੇ ਉਹਨਾਂ ਨੂੰ ਛਾਉਣੀ ਵਿੱਚ ਦਿਲਾ ਸਿੰਘ ਨਾਂ ਦਾ ਇੱਕ ਰਾਜਪੂਤ ਸਿਪਾਹੀ ਮਿਲ ਗਿਆ। ਉਹਨਾਂ ਨੇ ਦਿਲਾ ਸਿੰਘ ਨਾਲ ਗਦਰ ਪਾਰਟੀ ਦੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ ਅਤੇ ਉਸ ਨੂੰ ਆਗਰੇ ਰਾਜਪੂਤ ਪਲਟਨ ਅੰਦਰ ਬੰਦੇ ਲੱਭਣ ਲਈ ਪ੍ਰੇਰਿਆ। ਅਗਲੇ ਦਿਨ 8 ਫਰਵਰੀ ਨੂੰ ਉਹ ਬਨਾਰਸ ਤੋਂ ਸਾਨਿਆਲ ਦੇ ਕਹਿਣ ਤੇ ਦਾਨਾਪੁਰ ਚਲੇ ਗਏ। ਉੱਥੇ ਇੱਕ ਸਿੱਖ ਪਲਟਨ ਵਿੱਚੋਂ ਉਹਨਾਂ ਨੂੰ ਕੁਝ ਚੰਗੇ ਬੰਦੇ ਮਿਲ ਗਏ। ਦਾਨਾਪੁਰ ਤੋਂ ਸਰਾਭਾ ਤਾਂ ਲਖਨਊ ਚਲਾ ਗਿਆ, ਪਰ ਸੁੱਚਾ ਸਿੰਘ ਫੈਜ਼ਾਬਾਦ ਜਾ ਪਹੁੰਚਿਆ, ਜਿੱਥੇ ਉਸਨੇ ਹਰਨਾਮ ਸਿੰਘ ਹਵਾਲਦਾਰ ਨੂੰ ਮਿਲ ਕੇ ਉਸ ਨੂੰ ਗਦਰ ਦੀ ਪਲਾਨ ਦੱਸੀ ਅਤੇ ਉਸ ਨੂੰ ਆਪਣੇ ਸਾਥੀ ਸਿਪਾਹੀਆਂ ਨੂੰ ਬਗਾਵਤ ਲਈ ਪ੍ਰੇਰਨ ਦੀ ਸਲਾਹ ਦਿੱਤੀ। ਉਧਰ ਸਰਾਭਾ ਲਖਨਊ ਵਿੱਚ ਸਿੱਧਾ 12 ਨੰਬਰ ਰਸਾਲੇ ਦੀਆਂ ਬਾਰਕਾਂ ਵਿੱਚ ਜਾ ਵੜਿਆ ਸੀ। ਉੱਥੇ ਉਸ ਨੂੰ ਖਬਰ ਮਿਲੀ ਕਿ ਰਸਾਲਾ ਕੁਝ ਦਿਨ ਪਹਿਲਾਂ ਲੜਾਈ ਦੇ ਮੋਰਚੇ ਤੇ ਭੇਜ ਦਿੱਤਾ ਗਿਆ ਸੀ। ਸੁੱਚਾ ਸਿੰਘ ਵੀ ਫੈਜ਼ਾਬਾਦ ਤੋਂ ਲਖਨਊ ਆ ਗਿਆ ਸੀ। ਲਖਨਊ ਤੋਂ ਉਹ ਦੋਨੋਂ 9 ਫਰਵਰੀ ਨੂੰ ਪਿਗਲੇ ਨਾਲ ਦਿੱਲੀ ਚਲੇ ਗਏ ਸਨ। 11 ਫਰਵਰੀ ਨੂੰ ਉਹ ਤਿੰਨੋਂ ਜਣੇ ਇਕੱਠੇ ਵਾਪਸ ਲਾਹੌਰ ਆ ਗਏ। ਇਸ ਸਾਰੇ ਸਮੇਂ ਦੇ ਦੌਰਾਨ 23ਵੇਂ ਰਸਾਲੇ ਵਾਲੇ ਸਿਪਾਹੀ ਗਦਰੀਆਂ ਉੱਤੇ ਛੇਤੀ ਬਗਾਵਤ ਕਰਨ ਲਈ ਲਗਾਤਾਰ ਦਬਾਅ ਪਾਉਂਦੇ ਰਹੇ। ਉਹਨਾਂ ਨੂੰ ਡਰ ਸੀ ਕਿ ਉਹਨਾਂ ਦੀ ਪਲਟਨ ਨੂੰ ਕਿਸੇ ਵੇਲੇ ਵੀ ਪੱਛਮੀ ਮੋਰਚੇ ਤੇ ਜਾਣ ਦੇ ਫਰਮਾਨ ਜਾਰੀ ਹੋ ਸਕਦੇ ਸਨ। ਉਹ ਅੰਗਰੇਜ਼ਾਂ ਲਈ ਆਪਣੀਆਂ ਜਾਨਾਂ ਗਵਾਉਣ ਲਈ ਉੱਕਾ ਹੀ ਤਿਆਰ ਨਹੀਂ ਸਨ। ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਪੰਥ ਤੇ ਦੇਸ਼ ਲਈ ਕੁਰਬਾਨ ਦੇਣ ਦਾ ਪੱਕਾ ਨਿਸ਼ਚਾ ਕਰ ਲਿਆ ਸੀ। ਇਸ ਕਰਕੇ ਉਹ ਬਗਾਵਤ ਵਿੱਚ ਹੋ ਰਹੀ ਦੇਰੀ ਤੋਂ ਪਰੇਸ਼ਾਨ ਸਨ। ਅੰਤ ਵਿੱਚ ਉਹੀ ਗੱਲ ਹੋਈ ਜਿਸ ਦਾ ਉਹਨਾਂ ਨੂੰ ਡਰ ਸੀ।
ਫਰਵਰੀ ਦੇ ਦੂਜੇ ਹਫ਼ਤੇ ਉਹਨਾਂ ਨੂੰ ਇਹ ਪੱਕੀ ਸੂਚਨਾ ਮਿਲ ਗਈ ਸੀ ਕਿ ਉਹਨਾਂ ਦੀ ਪਲਟਣ ਦੇ 1 ਮਾਰਚ ਨੂੰ ਫਰਾਂਸ ਨੌਗਾਂਗ ਲਈ ਰਵਾਨਾ ਹੋਣ ਦੇ ਆਰਡਰ ਜਾਰੀ ਹੋ ਗਏ ਸਨ। ਇਹ ਪਤਾ ਚੱਲਦਿਆਂ ਹੀ ਉਹਨਾਂ ਨੇ ਇਹ ਗੱਲ ਗਦਰੀ ਆਗੂਆਂ ਨੂੰ ਜਾ ਦੱਸੀ। ਸਬੱਬ ਨਾਲ ਕਰਤਾਰ ਸਿੰਘ ਸਰਾਭਾ ਤੇ ਪਿਗਲੇ ਸੰਯੁਕਤ ਪ੍ਰਦੇਸ਼ ਦੀਆਂ ਛਾਉਣੀਆਂ ਦਾ ਤੂਫਾਨੀ ਚੱਕਰ ਲਾ ਕੇ ਉਸ ਵੇਲੇ ਤੱਕ ਲਾਹੌਰ ਵਾਪਸ ਆ ਚੁੱਕੇ ਸਨ। ਉਧਰ ਭਾਈ ਗੁਰਮੁਖ ਸਿੰਘ ਲਲਤੋਂ ਤੇ ਭਾਈ ਊਧਮ ਸਿੰਘ ਵੜਿੰਗ ਵੀ ਰਾਵਲਪਿੰਡੀ ਤੋਂ ਮੁੜ ਆਏ ਸਨ ਅਤੇ ਉਹਨਾਂ ਨੇ ਇਹ ਉਤਸ਼ਾਹਜਨਕ ਰਿਪੋਰਟ ਦਿੱਤੀ ਸੀ ਕਿ ਜੇਹਲਮ, ਰਾਵਲਪਿੰਡੀ, ਹੋਤੀ ਮਰਦਾਨ ਤੇ ਪਸ਼ਾਵਰ ਦੀਆਂ ਸਿੱਖ ਪਲਟਣਾ ਬਗਾਵਤ ਲਈ ਕਮਰ ਕੱਸੇ ਕਰੀ ਬੈਠੀਆਂ ਹਨ ਅਤੇ ਬਹੁਤ ਬੇਤਾਬੀ ਨਾਲ ਬਗਾਵਤ ਦੀ ਤਰੀਕ ਦੀ ਉਡੀਕ ਕਰ ਰਹੀਆਂ ਹਨ। ਪੁਲਿਸ ਦਾ ਮੁਖਬਰ ਪਾਰਟੀ ਵਿੱਚ ਘੁਸ ਗਿਆ। ਉਧਰ ਚੱਬੇ ਦੇ ਡਾਕੇ ਦੌਰਾਨ ਵਾਪਰੇ ਮਨਹੂਸ ਘਟਨਾਕ੍ਰਮ ਦੀ ਬਦੌਲਤ ਗਦਰ ਪਾਰਟੀ ਲਈ ਇਹ ਸਮਾਂ ਕਾਫੀ ਬਿਪਤਾਵਾਂ ਭਰਿਆ ਸੀ। ਡਾਕੇ ਦੌਰਾਨ ਮੌਕੇ ਤੇ ਫੜੇ ਗਏ ਕਾਲਾ ਸਿੰਘ ਨੇ ਪੁਲਿਸ ਕੋਲ ਪਾਰਟੀ ਦੇ ਕਾਫੀ ਭੇਦ ਖੋਲ੍ਹ ਦਿੱਤੇ ਸਨ। ਉਸਨੇ ਪੁਲਿਸ ਨੂੰ ਦੱਸ ਦਿੱਤਾ ਸੀ ਕਿ ਇਸ ਡਾਕੇ ਵਿੱਚ ਗਿੱਲਵਾਲੀ ਪਿੰਡ ਦਾ ਸੁਰੈਣ ਸਿੰਘ ਵੱਡਾ ਸ਼ਾਮਲ ਸੀ। ਪੁਲਿਸ ਨੇ ਝਟਪਟ ਸੁਰੈਣ ਸਿੰਘ ਨੂੰ ਜਾ ਦਬੋਚਿਆ। ਉਸ ਨੇ ਕੁੱਟਮਾਰ ਦੌਰਾਨ ਇਹ ਦੱਸ ਦਿੱਤਾ ਕਿ ਇਸ ਡਾਕੇ ਵਿੱਚ ਮੀਰਾਂਕੋਟ ਪਿੰਡ ਦੇ ਮੂਲਾ ਸਿੰਘ ਅਤੇ ਸੋਹਰ ਸਿੰਘ ਪਿੰਡ ਦੇ ਪ੍ਰੇਮ ਸਿੰਘ ਦਾ ਹੱਥ ਹੈ। ਜਦੋਂ ਅਗਲੇਰੀ ਤਫਤੀਸ਼ ਦੌਰਾਨ ਪੁਲਿਸ ਅਫਸਰਾਂ ਨੂੰ ਇਹ ਪਤਾ ਲੱਗਿਆ ਕਿ ਮੂਲਾ ਸਿੰਘ ਤੇ ਪ੍ਰੇਮ ਸਿੰਘ ਦੋਨੋਂ ਵਿਦੇਸ਼ਾਂ ਤੋਂ ਪਰਤੇ ਹਨ ਤਾਂ ਉਹਨਾਂ ਦੇ ਕੰਨ ਇੱਕਦਮ ਖੜੇ ਹੋ ਗਏ। ਇਸ ਨਾਲ ਪੁਲਿਸ ਨੂੰ ਇਸ ਨਿਰਣੇ ਤੇ ਅਪੜਨ ਵਿੱਚ ਦੇਰ ਨਾ ਲੱਗੀ ਕਿ ਇਹ ਵਾਰਦਾਤ ਬਾਹਰੋਂ ਆਏ ਗਦਰ ਪਾਰਟੀ ਦੇ ਵਰਕਰਾਂ ਦੀ ਸੀ। ਮਾਈਕਲ ਉਡਵਾਇਰ ਨੇ ਬਹੁਤ ਚਿਰ ਪਹਿਲਾਂ ਹੀ ਪੰਜਾਬ ਦੀ ਪੁਲਿਸ, CID ਤੇ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕਾਂ ਨੂੰ ਬਾਹਰੋਂ ਆਏ ਗਦਰੀਆਂ ਬਾਰੇ ਪੂਰੀ ਤਰ੍ਹਾਂ ਚੌਕੰਨਾ ਕੀਤਾ ਹੋਇਆ ਸੀ। ਇਸ ਕਰਕੇ ਪੁਲਿਸ ਨੂੰ 27 ਨਵੰਬਰ ਦੇ ਦਿਨ ਫੇਰੂ ਸ਼ਹਿਰ ਦੇ ਨੇੜੇ ਮਿਸ਼ਰੀ ਵਾਲੇ ਦੇ ਪੁਲ ਉੱਤੇ ਵਾਪਰੇ ਖੂਨੀ ਕਾਂਡ ਅਤੇ 23ਵੇਂ ਰਸਾਲੇ ਦੇ ਕੁਝ ਸਵਾਰਾਂ ਵੱਲੋਂ 26 ਨਵੰਬਰ ਦੀ ਰਾਤ ਨੂੰ ਭਗੌੜੇ ਹੋ ਕੇ ਝਾੜ ਸਾਹਿਬ ਚਲੇ ਜਾਣ ਦੀਆਂ ਘਟਨਾਵਾਂ ਦੀਆਂ ਤੰਦਾਂ ਚੱਬੇ ਵਾਲੀ ਵਾਰਦਾਤ ਨਾਲ ਜੁੜੀਆਂ ਨਜ਼ਰ ਆਉਣ ਲੱਗ ਪਈਆਂ। ਇਸ ਨਾਲ ਉਹਨਾਂ ਨੇ ਮਸਲੇ ਨੂੰ ਵੱਧ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਉੱਚ ਅਫਸਰਾਂ ਨੇ ਸਾਰੇ ਮਾਮਲੇ ਉੱਤੇ ਵਿਚਾਰਾਂ ਕਰਨ ਤੋਂ ਬਾਅਦ ਗਦਰ ਪਾਰਟੀ ਬਾਰੇ ਸਿੱਕੇਬੰਦ ਜਾਣਕਾਰੀ ਹਾਸਲ ਕਰਨ ਲਈ ਪਾਰਟੀ ਅੰਦਰ ਆਪਣਾ ਸੂਈਆ ਵਾੜਨ ਦਾ ਨਿਰਣਾ ਕਰ ਲਿਆ। ਲਾਹੌਰ ਪੁਲਿਸ ਦੇ ਡਿਪਟੀ ਸੁਪਰਡੈਂਟ ਲਿਆਕਤ ਹਯਾਤ ਖਾਨ ਨੇ ਉਸੇ ਵੇਲੇ 7 ਫਰਵਰੀ ਨੂੰ ਆਪਣੇ ਖਾਸੋ ਖਾਸ ਜੈਲਦਾਰ ਬੇਲਾ ਸਿੰਘ ਨੂੰ ਸੱਦਿਆ। ਇਸੇ ਹੀ ਦਿਨ ਕਰਤਾਰ ਸਿੰਘ ਸਰਾਭਾ ਤੇ ਸੁੱਚਾ ਸਿੰਘ ਨੇ ਬਨਾਰਸ ਵਿੱਚ ਅਖਬਾਰ ਵਿੱਚੋਂ ਚੱਬਾ ਡਾਕੇ ਦੀ ਮਾੜੀ ਘਟਨਾ ਪੜ੍ਹ ਲਈ ਸੀ। ਲਿਆਕਤ ਹਯਾਤ ਖਾਨ ਨੇ ਜੈਲਦਾਰ ਬੇਲਾ ਸਿੰਘ ਨਾਲ ਰਲ ਕੇ ਗਦਰ ਪਾਰਟੀ ਅੰਦਰ ਆਪਣਾ ਸੂਈਆ ਵਾੜਨ ਦੀ ਵਿਉਂਤ ਘੜੀ। ਬੇਲਾ ਸਿੰਘ ਨੇ 2 ਦਿਨਾਂ ਵਿੱਚ ਹੀ ਗਦਰ ਪਾਰਟੀ ਅੰਦਰ ਵਾੜਨ ਲਈ ਢੁਕਵਾਂ ਬੰਦਾ ਲੱਭ ਲਿਆ। ਇਸ ਪਾਪੀ ਦਾ ਨਾਮ ਕਿਰਪਾਲ ਸਿੰਘ ਪਿੰਡ ਮਾਧੋ ਕੇ ਬੈਰਾੜ ਸੀ, ਜਿਹੜਾ ਕਾਫੀ ਚਿਰ ਸ਼ੰਘਾਈ ਰਹਿ ਕੇ ਵਾਪਸ ਆਇਆ ਸੀ। ਇਸ ਵਜ੍ਹਾ ਕਰਕੇ ਉਹ ਮੂਲਾ ਸਿੰਘ ਦਾ ਚੰਗਾ ਜਾਣੂ ਸੀ। ਉਸ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਬਲਵੰਤ ਸਿੰਘ ਗਦਰੀਆਂ ਦਾ ਪੱਕਾ ਹਮੈਤੀ ਸੀ ਅਤੇ ਫੌਜਾਂ ਅੰਦਰ ਬਗਾਵਤ ਕਰਨ ਦੀ ਪਲਾਨ ਦੇ ਅਧੀਨ ਉਹ ਕੁਝ ਮਹੀਨੇ ਪਹਿਲਾਂ ਸ਼ੰਘਾਈ ਤੋਂ ਆ ਕੇ 23ਵੇਂ ਰਸਾਲੇ ਵਿੱਚ ਭਰਤੀ ਹੋ ਗਿਆ ਸੀ। ਝਾੜ ਸਾਹਿਬ ਵਾਲੀ ਵਾਰਦਾਤ ਕਰਕੇ ਪੁਲਿਸ 23ਵੇਂ ਰਸਾਲੇ ਤੱਕ ਹੀ ਤਾਂ ਪਹੁੰਚਣਾ ਚਾਹੁੰਦੀ ਸੀ। ਇਸ ਕਰਕੇ ਜ਼ੈਲਦਾਰ ਦੀ ਸਕੀਮ ਪੁਲਿਸ ਦੇ ਪੂਰੀ ਤਰ੍ਹਾਂ ਰਾਸ ਆ ਗਈ ਅਤੇ ਇਸ ਉੱਤੇ ਤੇਜ਼ੀ ਨਾਲ ਅਮਲ ਸ਼ੁਰੂ ਹੋ ਗਿਆ। ਕਿਰਪਾਲ ਸਿੰਘ ਨੇ ਜੋ ਵੀ ਕਰਨਾ ਸੀ ਉਸ ਵਿੱਚ ਬਲਵੰਤ ਸਿੰਘ ਦਾ ਸਹਿਯੋਗ ਬੇਹੱਦ ਜ਼ਰੂਰੀ ਸੀ। ਇਸ ਮੰਤਵ ਲਈ ਬਲਵੰਤ ਸਿੰਘ ਨੂੰ ਅੰਮ੍ਰਿਤਸਰ ਆਉਣਾ ਪੈਣਾ ਸੀ, ਜਿਹਦੇ ਵਾਸਤੇ ਰਸਾਲੇ ਤੋਂ ਛੁੱਟੀ ਲੈਣੀ ਪੈਣੀ ਸੀ। ਛੁੱਟੀ ਲੈਣ ਦੇ ਕੰਮ ਨੂੰ ਆਸਾਨ ਕਰਨ ਲਈ ਲਿਆਕਤ ਖਾਨ ਨੇ CID ਦੇ DIG ਨੂੰ 23ਵੇਂ ਰਸਾਲੇ ਦੇ ਕਮਾਂਡਿੰਗ ਅਫਸਰ ਕੋਲ ਸਿਫਾਰਿਸ਼ ਕਰਨ ਦੀ ਬੇਨਤੀ ਕੀਤੀ। ਇਸ ਤਰੀਕੇ ਨਾਲ ਬਲਵੰਤ ਸਿੰਘ ਨੂੰ ਝਟਪਟ ਛੁੱਟੀ ਮਿਲ ਗਈ। ਇਸ ਤੋਂ ਪਹਿਲਾਂ ਹੀ ਬਲਵੰਤ ਸਿੰਘ ਨੇ ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਨੌਰੰਗ ਸਿੰਘ ਤਾਂਗੀ ਦੀ ਦੁਕਾਨ ਦੀ ਦੱਸ ਪਾ ਦਿੱਤੀ ਸੀ, ਜਿੱਥੋਂ ਮੂਲਾ ਸਿੰਘ ਨਾਲ ਸੰਪਰਕ ਹੋ ਸਕਦਾ ਸੀ। ਬਲਵੰਤ ਸਿੰਘ ਨੂੰ ਕਿਰਪਾਲ ਸਿੰਘ ਦੇ ਮਨ ਦੀ ਮੈਲ ਦੀ ਕੋਈ ਕਨਸੋ ਨਹੀਂ ਸੀ। ਕਿਰਪਾਲ ਸਿੰਘ ਅੰਮ੍ਰਿਤਸਰ ਨੌਰੰਗ ਸਿੰਘ ਤਾਂਗੀ ਦੀ ਦੁਕਾਨ ਉੱਤੇ ਗਿਆ, ਪਰ ਉਸਨੇ ਉਸ ਨੂੰ ਕੋਈ ਲੜ ਪੱਲਾ ਨਾ ਫੜਾਇਆ। ਫਿਰ ਵੀ ਉਸਨੇ ਇਹ ਭੇਤ ਕੱਢ ਲਿਆ ਸੀ ਕਿ ਮੂਲਾ ਸਿੰਘ ਅੰਮ੍ਰਿਤਸਰ ਵਿੱਚ ਪੰਜਾਬ ਸਿੰਘ ਦੇ ਫਰਜ਼ੀ ਨਾਮ ਹੇਠ ਰਹਿ ਰਿਹਾ ਸੀ।
ਇੰਨੇ ਨੂੰ ਬਲਵੰਤ ਸਿੰਘ ਦੀ ਛੁੱਟੀ ਵੀ ਮਨਜ਼ੂਰ ਹੋ ਗਈ ਸੀ ਅਤੇ ਉਹ ਕਿਰਪਾਲ ਸਿੰਘ ਨੂੰ ਲੈ ਕੇ 12 ਫਰਵਰੀ ਨੂੰ ਅੰਮ੍ਰਿਤਸਰ ਚਲਾ ਗਿਆ। ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਮੂਲਾ ਸਿੰਘ ਕਿਸੇ ਕੰਮ ਲਈ ਲਾਹੌਰ ਗਿਆ ਹੋਇਆ ਸੀ। ਉਹ ਦੋਨੋਂ ਉਸ ਵੇਲੇ ਮੂਲਾ ਸਿੰਘ ਨੂੰ ਮਿਲਣ ਲਈ ਲਾਹੌਰ ਮੁੜ ਆਏ। ਉੱਥੇ ਉਹਨਾਂ ਨੂੰ ਮੀਆਂ ਮੀਰ ਦੀ ਛਾਉਣੀ ਦਾ ਗ੍ਰੰਥੀ ਮਦਨ ਸਿੰਘ ਗਾਗਾ ਮਿਲ ਗਿਆ, ਜਿਹੜਾ ਗਦਰੀਆਂ ਦਾ ਪੱਕਾ ਖੈਰ ਖੁਆਹ ਸੀ ਅਤੇ ਬਲਵੰਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮਦਨ ਸਿੰਘ ਉਹਨਾਂ ਨੂੰ ਭੋਲੇ ਭਾਅ ਮੋਚੀ ਗੇਟ ਵਾਲੇ ਘਰ ਵਿੱਚ ਲੈ ਗਿਆ। ਉੱਥੇ ਉਹਨਾਂ ਨੂੰ ਅਮਰ ਸਿੰਘ ਮਿਲ ਗਿਆ, ਜਿਸ ਨੇ ਦੱਸਿਆ ਕਿ ਮੂਲਾ ਸਿੰਘ ਅੰਮ੍ਰਿਤਸਰ ਨੂੰ ਮੁੜ ਗਿਆ ਸੀ। ਉਹ ਅਮਰ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਗਏ, ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਮੂਲਾ ਸਿੰਘ ਨੂੰ ਪੁਲਿਸ ਨੇ ਉਸੇ ਹੀ ਦਿਨ 13 ਫਰਵਰੀ ਲਾਹੌਰ ਤੋਂ ਮੁੜਦਿਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਸੀ। ਅਮਰ ਸਿੰਘ ਨੂੰ ਕਿਰਪਾਲ ਸਿੰਘ ਉੱਤੇ ਕੋਈ ਸ਼ੱਕ ਨਹੀਂ ਹੋਇਆ ਸੀ, ਇਸ ਕਰਕੇ ਉਹ ਉਸ ਨੂੰ ਰਸੂਲਪੁਰੀਆਂ ਦੀ ਹਵੇਲੀ ਵਿੱਚ ਲੈ ਗਿਆ। ਉੱਥੇ ਨਿਧਾਨ ਸਿੰਘ ਚੁੱਗਾ ਤੇ ਭਾਈ ਹਰਨਾਮ ਸਿੰਘ ਕੋਟਲਾ ਮਿਲ ਗਏ। ਲੰਬਾ ਚਿਰ ਸ਼ੰਘਾਈ ਰਹਿਣ ਕਰਕੇ ਭਾਈ ਨਿਧਾਨ ਸਿੰਘ ਵੀ ਕਿਰਪਾਲ ਸਿੰਘ ਦਾ ਜਾਣੂ ਹੀ ਨਿਕਲਿਆ। ਇਸ ਕਰਕੇ ਉਸਨੇ ਵੀ ਉਸ ਨੂੰ ਗਦਰ ਪਾਰਟੀ ਵਿੱਚ ਸ਼ਾਮਲ ਕਰ ਲੈਣ ਦੀ ਹਾਮੀ ਭਰ ਦਿੱਤੀ ਸੀ। ਮੂਲਾ ਸਿੰਘ ਦੇ ਗ੍ਰਿਫਤਾਰ ਹੋ ਜਾਣ ਕਰਕੇ ਪਾਰਟੀ ਨੂੰ ਉਸ ਵੇਲੇ ਕੇਂਦਰ ਦਾ ਕੰਮ ਚਲਾਉਣ ਲਈ ਬੰਦੇ ਦੀ ਭਾਰੀ ਲੋੜ ਸੀ। ਇਸ ਤਰ੍ਹਾਂ ਕਿਰਪਾਲ ਸਿੰਘ ਦੀ ਪਾਰਟੀ ਦੇ ਕੇਂਦਰ ਤੱਕ ਸੌਖਿਆਂ ਹੀ ਪਹੁੰਚ ਹੋ ਗਈ, ਜਿਸ ਨਾਲ ਉਸ ਲਈ ਆਪਣਾ ਨਾਪਾਕ ਮਨਸੂਬਾ ਨੇਪਰੇ ਚਾੜਨ ਦਾ ਕਾਰਜ ਆਸਾਨ ਹੋ ਗਿਆ ਸੀ। ਬਗਾਵਤ ਦੀ ਤਰੀਕ ਮਿਥੀ ਗਈ। ਇਸੇ ਦੌਰਾਨ ਭਾਈ ਕਰਤਾਰ ਸਿੰਘ ਸਰਾਭਾ, ਪਿਗਲੇ ਤੇ ਸੁੱਚਾ ਸਿੰਘ ਹੋਣੀ ਜਦੋਂ 11 ਫਰਵਰੀ ਨੂੰ ਲਾਹੌਰ ਪਰਤੇ ਤਾਂ ਉਹ ਸਟੇਸ਼ਨ ਤੋਂ ਸਿੱਧੇ ਮੋਚੀ ਗੇਟ ਵਾਲੇ ਘਰ ਚਲੇ ਗਏ। ਉੱਥੇ ਉਹਨਾਂ ਨੂੰ ਭਾਈ ਪਰਮਾਨੰਦ ਝਾਂਸੀ, ਡਾਕਟਰ ਮਥਰਾ ਸਿੰਘ, ਰਾਸ ਬਿਹਾਰੀ ਬੋਸ ਤੇ ਜਮਨਾ ਦਾਸ ਆਦਿ ਸਾਰੇ ਸੱਜਣ ਮਿਲ ਗਏ। ਉਹਨਾਂ ਨੂੰ 23ਵੇਂ ਰਸਾਲੇ ਦੇ 1 ਮਾਰਚ ਨੂੰ ਫਰਾਂਸ ਚਲੇ ਜਾਣ ਦੀ ਖਬਰ ਉਸੇ ਦਿਨ ਹੀ ਮਿਲੀ ਸੀ। ਇਸ ਨਾਲ ਸਾਰਿਆਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਸਨ। ਹੁਣ ਉਹਨਾਂ ਸਾਹਮਣੇ ਫਰਵਰੀ ਵਿੱਚ ਹੀ ਬਗਾਵਤ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਡਾਕਿਆਂ ਨੇ ਕੁਝ ਸਮੇਂ ਲਈ ਪਾਰਟੀ ਦੇ ਮੋਹਰੀ ਬੰਦਿਆਂ ਦਾ ਧਿਆਨ ਮੁੱਖ ਕੰਮ ਤੋਂ ਪਾਸੇ ਹਟਾ ਦਿੱਤਾ ਸੀ, ਜਿਸ ਕਰਕੇ ਬਗਾਵਤ ਦੀਆਂ ਤਿਆਰੀਆਂ ਵਿੱਚ ਥੋੜੀ ਜਿਹੀ ਸੁਸਤੀ ਆ ਗਈ ਸੀ। ਪਰ ਜਿਵੇਂ ਵੀ ਸੀ, ਹੁਣ ਬਗਾਵਤ ਦੀ ਤਰੀਕ ਬਹੁਤ ਅੱਗੇ ਨਹੀਂ ਪਾਈ ਜਾ ਸਕਦੀ ਸੀ। ਇਸ ਮਸਲੇ ਤੇ ਵਿਚਾਰਾਂ ਕਰਨ ਲਈ ਪਾਰਟੀ ਦੇ ਜਿੰਨੇ ਵੀ ਆਗੂ ਮਿਲ ਸਕਦੇ ਸਨ, ਉਹਨਾਂ ਸਾਰਿਆਂ ਨੂੰ ਤੱਦੀ ਨਾਲ 12 ਫਰਵਰੀ ਨੂੰ ਮੋਚੀ ਗੇਟ ਵਾਲੇ ਮਕਾਨ ਵਿੱਚ ਸੱਦ ਲਿਆ ਗਿਆ ਸੀ। ਇਸ ਮੀਟਿੰਗ ਵਿੱਚ ਭਾਈ ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ, ਡਾਕਟਰ ਮਥਰਾ ਸਿੰਘ, ਹਿਰਦੇ ਰਾਮ, ਪਰਮਾਨੰਦ ਝਾਂਸੀ, ਭਾਈ ਹਰਨਾਮ ਸਿੰਘ ਕੋਟਲਾ, ਰਾਮ ਸ਼ਰਨ ਦਾਸ, ਜਮਨਾ ਦਾਸ, ਪਿਗਲੇ ਆਦਿ ਸ਼ਾਮਲ ਹੋਏ। ਅੰਮ੍ਰਿਤਸਰ ਤੋਂ ਮੂਲਾ ਸਿੰਘ ਵੀ ਉੱਥੇ ਆ ਗਿਆ ਸੀ। ਇਸ ਮੀਟਿੰਗ ਵਿੱਚ ਗਦਰ ਦੀ ਤਾਰੀਖ ਮਿਥਣ ਬਾਰੇ ਵਿਚਾਰਾਂ ਹੋਈਆਂ। ਸਾਰੀਆਂ ਵਿਚਾਰਾਂ ਕਰਕੇ ਗਦਰ ਦੀ ਤਾਰੀਖ 21 ਫਰਵਰੀ ਮਿਥੀ ਗਈ। ਹੁਣ ਸਾਰਿਆਂ ਨੇ ਹੋਰ ਸਾਰੇ ਕੰਮ ਛੱਡ ਕੇ ਸਾਰਾ ਧਿਆਨ ਤੇ ਜ਼ੋਰ 21 ਦੀ ਬਗਾਵਤ ਦੀਆਂ ਤਿਆਰੀਆਂ ਤੇ ਹੀ ਲੇਖੇ ਲਾਉਣਾ ਸੀ। ਇਸ ਵਾਸਤੇ ਅੱਡ-ਅੱਡ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਲਈਆਂ ਗਈਆਂ ਸਨ। ਬਗਾਵਤ ਮੌਕੇ ਫੌਜੀਆਂ ਅੰਦਰ ਤੇ ਲੋਕਾਂ ਅੰਦਰ ਵੀ ਗਦਰ ਪਾਰਟੀ ਦੀ ਚੋਣਵੀਂ ਪ੍ਰਚਾਰ ਸਮੱਗਰੀ ਵੱਡੇ ਪੱਧਰ ਤੇ ਵੰਡਣ ਦਾ ਫੈਸਲਾ ਕੀਤਾ ਗਿਆ। ਖਾਸ ਕਰਕੇ ਐਲਾਨੇ ਜੰਗ, ਗਦਰ ਸੰਦੇਸ਼ਾ ਤੇ ਗਦਰ ਦੀ ਗੂੰਜ ਵਿੱਚੋਂ ਕੁਝ ਚੋਣਵੀਆਂ ਜੋਸ਼ ਉਪਜਾਊ ਕਵਿਤਾਵਾਂ ਛਾਪਣ ਦੇ ਠੋਸ ਇੰਤਜ਼ਾਮ ਕੀਤੇ ਗਏ। ਇਸ ਪਰਤਾਏ ਭਾਈ ਕਰਤਾਰ ਸਿੰਘ ਸਰਾਭਾ ਅਤੇ ਪਿਗਲੇ ਲਾਹੌਰ ਤੋਂ ਕੁਝ ਡੁਪਲੀਕੇਟਰ ਹੱਥਾਂ ਨਾਲ ਗੇੜਨ ਵਾਲੀਆਂ ਸਾਈਕਲੋ ਸਟਾਈਲ ਮਸ਼ੀਨਾਂ ਲੈ ਕੇ ਲੁਧਿਆਣੇ ਚਲੇ ਗਏ। ਉੱਥੇ ਪੂਰਨ ਸਿੰਘ ਈਸੇਵਾਲ ਦੇ ਘਰੇ ਡੁਪਲੀਕੇਟਰ ਫਿੱਟ ਕੀਤੇ ਗਏ ਅਤੇ ਉਸੇ ਵੇਲੇ ਛਪਾਈ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 12 ਫਰਵਰੀ ਨੂੰ ਉਪਰੋਕਤ ਮੀਟਿੰਗ ਅੰਦਰ ਬਗਾਵਤ ਦੀ ਤਰੀਕ ਮਿਥਣ ਦੇ ਨਾਲੋਂ ਨਾਲ ਗਦਰ ਦੀ ਠੋਸ ਰੂਪਰੇਖਾ ਵੀ ਵਿਚਾਰ ਲਈ ਗਈ ਸੀ। ਇਸ ਮੁਤਾਬਕ ਭਾਈ ਕਰਤਾਰ ਸਿੰਘ ਨੂੰ ਫਿਰੋਜ਼ਪੁਰ ਦੀ ਕਮਾਨ ਸੌਂਪੀ ਗਈ ਸੀ। ਮੀਆਂ ਮੀਰ ਵਿੱਚ 23ਵੇਂ ਰਸਾਲੇ ਨਾਲ ਭਾਈ ਪ੍ਰੇਮ ਸਿੰਘ ਨੇ ਤਾਲਮੇਲ ਰੱਖਣਾ ਸੀ ਅਤੇ ਇਸ ਦੌਰਾਨ ਰਾਸ ਬਿਹਾਰੀ ਬੋਸ ਨਾਲ ਲਗਾਤਾਰ ਮੇਲਜੋਲ ਰੱਖਣਾ ਸੀ। ਵਿਸ਼ਨੂੰ ਗਣੇਸ਼ ਪਿਗਲੇ ਨੇ ਮੇਠ ਦੀ ਕਮਾਨ ਸੰਭਾਲਣੀ ਸੀ। ਬਾਕੀ ਹੋਰਨਾਂ ਗਦਰੀਆਂ ਦੀਆਂ ਵੱਖ-ਵੱਖ ਛਾਉਣੀਆਂ ਅੰਦਰ ਡਿਊਟੀਆਂ ਲਾਈਆਂ ਗਈਆਂ। ਡਾਕਟਰ ਮਥਰਾ ਸਿੰਘ ਨੂੰ ਅਫਰੀਦੀਆਂ, ਜਿਹੜੇ ਆਪਣਾ ਇੱਕ ਇਲਾਕਾ ਆਜ਼ਾਦ ਕਰਾ ਚੁੱਕੇ ਸਨ, ਨਾਲ ਤਾਲਮੇਲ ਕਰਨ ਲਈ ਸਰਹੱਦੀ ਸੂਬੇ ਵੱਲ ਭੇਜਿਆ ਗਿਆ। ਭਾਈ ਨਿਧਾਨ ਸਿੰਘ, ਗੁਰਮੁਖ ਸਿੰਘ ਲਲਤੋਂ
ਤੇ ਹਰਨਾਮ ਸਿੰਘ ਸਿਆਲਕੋਟੀ ਪੱਛਮੀ ਪੰਜਾਬ ਦੀਆਂ ਜੇਲਮ, ਰਾਵਲਪਿੰਡੀ ਤੇ ਹੋਤੀ ਮਰਦਾਨ ਦੀਆਂ ਛਾਉਣੀਆਂ ਵਿੱਚ ਗਦਰ ਦੀ ਮਿੱਥੀ ਤਾਰੀਖ ਦੱਸਣ ਤੇ ਫੌਜੀਆਂ ਨੂੰ ਅੰਤਮ ਜੰਗ ਲਈ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਭੇਜੇ ਗਏ ਸਨ। ਪਰਮਾਨੰਦ ਝਾਂਸੀ ਨੂੰ ਪਿਸ਼ਾਵਰ ਘੱਲਿਆ ਗਿਆ ਸੀ। ਪਲਾਨ ਇਹ ਸੀ ਕਿ 21 ਦੀ ਰਾਤ ਨੂੰ ਮੀਆਂ ਮੀਰ ਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਉੱਤੇ ਹੱਲੇ ਬੋਲ ਕੇ ਹਥਿਆਰ ਲੁੱਟ ਲਏ ਜਾਣਗੇ ਅਤੇ ਟਰੱਕਾਂ ਲਾਰੀਆਂ ਵਿੱਚ ਲੱਦ ਕੇ ਹੋਰਨਾਂ ਥਾਵਾਂ ਤੇ ਪਹੁੰਚਾਏ ਤੇ ਵੰਡੇ ਜਾਣਗੇ। ਮੀਆਂ ਮੀਰ ਦੀ ਛਾਉਣੀ ਚੋਂ ਲੁੱਟੇ ਹਥਿਆਰ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਲੋਕਾਂ ਵਿਚਕਾਰ ਵੰਡਣੇ ਸਨ ਅਤੇ ਪਿੰਡਾਂ ਵਿੱਚੋਂ ਹਥਿਆਰਬੰਦ ਕਾਫਲਿਆਂ ਦੀ ਮਦਦ ਨਾਲ ਥਾਣਿਆਂ ਉੱਤੇ ਹਮਲੇ ਕਰਕੇ ਹਥਿਆਰ ਲੁੱਟਣ, ਜੇਲ੍ਹਾਂ ਉੱਤੇ ਹੱਲਾ ਬੋਲਣ ਅਤੇ ਸਾਰੇ ਕੈਦੀਆਂ ਨੂੰ ਆਜ਼ਾਦ ਕਰਾਉਣ ਅਤੇ ਅਖੀਰ ਵਿੱਚ ਮੁੱਖ ਸ਼ਹਿਰਾਂ ਉੱਤੇ ਕਬਜ਼ੇ ਕਰ ਲੈਣ ਦੀ ਯੋਜਨਾ ਉਲੀਕੀ ਗਈ ਸੀ। ਸ਼ਹਿਰਾਂ ਵਿੱਚੋਂ ਗੋਰੇ ਅਫਸਰਾਂ ਨੂੰ ਮਾਰ ਮਕਾਉਣ ਜਾਂ ਬੰਦੀ ਬਣਾ ਲੈਣ ਅਤੇ ਪਿੰਡਾਂ ਵਿੱਚੋਂ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕ ਅਨਸਰਾਂ, ਜੈਲਦਾਰਾਂ, ਸਫੈਦਪੋਸ਼ਾਂ ਆਦਿ ਨੂੰ ਲੋਕ ਤਾਕਤ ਦਾ ਸਵਾਦ ਚਖਾਉਣ ਬਾਰੇ ਫੈਸਲੇ ਲਏ ਗਏ ਸਨ। ਮੀਆਂ ਮੀਰ ਦੀ ਛਾਉਣੀ ਉੱਤੇ ਹਮਲੇ ਲਈ ਬਾਹਰੋਂ ਥੋੜੇ ਹੀ ਬੰਦਿਆਂ ਦੀ ਲੋੜ ਸੀ। ਇਸ ਵਿੱਚ ਮੁੱਖ ਰੋਲ 23ਵੇਂ ਰਸਾਲੇ ਦੇ ਜਵਾਨਾਂ ਨੇ ਹੀ ਅਦਾ ਕਰਨਾ ਸੀ, ਪਰੰਤੂ ਫਿਰੋਜ਼ਪੁਰ ਦੇ ਕਿਲੇ ਤੇ ਹਮਲਾ ਕਰਨ ਲਈ ਬਾਹਰਲੇ ਬੰਦਿਆਂ ਦੇ ਵੱਡੇ ਕਾਫਲੇ ਦੀ ਲੋੜ ਮਹਿਸੂਸ ਕੀਤੀ ਗਈ ਸੀ। ਇਸ ਮੰਤਵ ਲਈ ਮਾਲਵੇ ਦੇ ਗਦਰੀ ਆਗੂਆਂ ਨੇ ਭਾਈ ਰਣਧੀਰ ਸਿੰਘ ਜੀ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਸੀ ਅਤੇ ਉਹਨਾਂ ਨੂੰ ਸਾਰੇ ਘਟਨਾਕ੍ਰਮ ਤੋਂ ਲਗਾਤਾਰ ਜਾਣੂ ਕੀਤਾ ਜਾਂਦਾ ਸੀ। ਉਹਨਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਜਥੇ ਦੇ ਸਿੰਘਾਂ ਨਾਲ 21 ਦੀ ਰਾਤ ਨੂੰ ਫਿਰੋਜ਼ਪੁਰ ਪਹੁੰਚਣਾ ਸੀ ਅਤੇ ਗਦਰੀਆਂ ਨਾਲ ਮਿਲ ਕੇ ਕਿਲੇ ਤੇ ਧਾਵਾ ਬੋਲਣਾ ਸੀ। ਅੰਦਰੋਂ 26 ਨੰਬਰ ਪਲਟਨ ਦੇ ਸਿਪਾਹੀਆਂ ਨੇ ਸਾਥ ਦੇ ਕੇ ਕਿਲੇ ਚੋਂ ਹਥਿਆਰਾਂ ਦੇ ਸਾਰੇ ਭੰਡਾਰ ਲੁੱਟ ਲੈਣੇ ਸੀ। ਇਹਨਾਂ ਹਥਿਆਰਾਂ ਦੀ ਢੋਹ ਢੁਆਈ ਲਈ ਟਰੱਕਾਂ ਦਾ ਬਕਾਇਦਾ ਇੰਤਜ਼ਾਮ ਕੀਤਾ ਗਿਆ ਸੀ। ਅੰਮ੍ਰਿਤਸਰ ਦੇ ਜਿਹੜੇ ਪਿੰਡਾਂ ਵਿੱਚ ਗਦਰੀਆਂ ਦਾ ਚੰਗਾ ਅਸਰ ਰਸੂਖ ਸੀ, ਉੱਥੋਂ ਵੱਡੀ ਗਿਣਤੀ ਵਿੱਚ ਕਾਫਲੇ ਤਿਆਰ ਕਰਨ ਲਈ ਕੁਝ ਗਦਰੀਆਂ ਦੀਆਂ ਉਚੇਚੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਸਨ। ਭਾਈ ਜਗਤ ਸਿੰਘ ਤੇ ਭਾਈ ਪ੍ਰੇਮ ਸਿੰਘ ਨੇ ਇਸ ਮੰਤਵ ਲਈ ਦਿਨ ਰਾਤ ਪਿੰਡਾਂ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ ਸੀ। ਉਧਰ ਮਾਲਵੇ ਵਿੱਚ ਭਾਈ ਗਾਂਧਾ ਸਿੰਘ, ਭਾਈ ਉੱਤਮ ਸਿੰਘ ਹਾਂਸ, ਈਸ਼ਰ ਸਿੰਘ ਢੁੱਡੀਕੇ, ਭਾਈ ਬੰਤਾ ਸਿੰਘ ਸੰਘਵਾਲ ਤੇ ਹੋਰ ਸਿਰਲੱਥ ਸੂਰਮਿਆਂ ਨੇ ਗਦਰ ਲਈ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ ਸੀ। ਪਾਰਟੀ ਨੇ ਇਹਨਾਂ ਵਰਕਰਾਂ ਨੂੰ ਗਦਰ ਸੰਦੇਸ਼ਾ ਤੇ ਐਲਾਨੇ ਜੰਗ ਵੱਡੀ ਗਿਣਤੀ ਵਿੱਚ ਛਾਪ ਕੇ ਵੰਡਣ ਲਈ ਦਿੱਤੇ। ਪਿੰਗਲੇ ਨੇ ਮੇਠ ਜਾ ਕੇ ਫੌਜੀ ਬਗਾਵਤ ਕਰਾਉਣੀ ਸੀ। ਸੋਚਿਆ ਇਹ ਗਿਆ ਸੀ ਕਿ ਫੂਲਾ ਸਿੰਘ ਦੀ ਅਗਵਾਈ ਹੇਠ 128ਵੀਂ ਪਾਇਓਨੀਅਰ ਰੈਜੀਮੈਂਟ ਅਤੇ ਭਾਈ ਈਸ਼ਰ ਸਿੰਘ ਦੀ ਅਗਵਾਈ ਹੇਠ 12ਵੇਂ ਰਸਾਲੇ ਨੇ ਬਗਾਵਤ ਦਾ ਬਿਗਲ ਵਜਾ ਦੇਣਾ ਸੀ ਅਤੇ ਫਿਰ ਪਿੰਗਲੇ ਨੇ ਜਿੰਨੇ ਵੀ ਫੌਜੀ ਤੋਰੇ ਜਾ ਸਕਦੇ ਸਨ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਉੱਤੇ ਚੜ੍ਹਾਈ ਕਰ ਦੇਣੀ ਸੀ ਅਤੇ ਉੱਥੋਂ ਰਿਪਬਲਿਕ ਦਾ ਐਲਾਨ ਕਰ ਦੇਣਾ ਸੀ। ਪਾਰਟੀ ਨੂੰ ਉਮੀਦ ਸੀ ਕਿ ਇਸ ਨਾਲ ਸਾਰਾ ਦੇਸ਼ ਅੰਗਰੇਜ਼ ਹਕੂਮਤ ਦੇ ਖਿਲਾਫ ਇੱਕਦਮ ਉੱਠ ਖੜਾ ਹੋਵੇਗਾ ਅਤੇ ਜੰਗ ਨੂੰ ਜਥੇਬੰਦਕ ਰੂਪ ਦੇ ਕੇ ਬਸਤੀਵਾਦੀ ਰਾਜ ਨੂੰ ਤਹਿਸ ਨਹਿਸ ਕਰ ਦਿੱਤਾ ਜਾਵੇਗਾ। ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 30ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।